ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦਾ ਇੱਕ ਹੋਰ ਪਾਠ ਸੈਕਿੰਡ, ਜਿਸ ਦਾ ਨਾਮ ਹੈ ਮੁੜ ਵੇਖਿਆ ਪਿੰਡ, ਕਰਾਂਗੇ। ਇਹ ਜੋ ਪਾਠ ਹੈ ਇਹ ਬਹੁਤ ਹੀ ਇੱਕ ਫੇਮਸ ਫਿਲਮੀ ਐਕਟਰ ਬਲਰਾਜ ਸਾਹਨੀ ਦੁਆਰਾ ਲਿਖਿਆ ਹੋਇਆ ਹੈ, ਜਿਨ੍ਹਾਂ ਨੇ ਫਿਲਮੀ ਇੰਡਸਟਰੀ ਦੇ ਵਿੱਚ ਆਪਣਾ ਬਹੁਤ ਹੀ ਨਾਮ ਖੱਟਿਆ ਹੈ। ਆਪਾਂ ਲੇਖਕ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਹਾਸਿਲ ਕਰਾਂਗੇ, ਕਿਉਂਕਿ ਇਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਬਹੁਤ ਸਾਰਾ ਸਾਹਿਤ ਪਾਇਆ ਹੈ, ਜਿਨ੍ਹਾਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਲੇਖਕ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਜਾਣ ਪਛਾਣ ਦੀ ਜੇ ਗੱਲ ਕਰੀਏ ਤਾਂ ਬਲਰਾਜ ਸਾਹਨੀ ਦਾ ਜਨਮ 1 ਮਈ 1913 ਈਸਵੀ ਵਿੱਚ ਸ਼੍ਰੀ ਹਰਬੰਸ ਲਾਲ ਸਾਹਨੀ ਅਤੇ ਮਾਤਾ ਸ਼੍ਰੀ ਲక్ష్ਮੀ ਦੇਵੀ ਦੇ ਘਰ ਰਾਵਲਪਿੰਡੀ, ਪਾਕਿਸਤਾਨ ਵਿਖੇ ਹੋਇਆ। ਕਿਉਂਕਿ ਇਹ ਜੋ ਆਪਾਂ ਗੱਲ ਕਰੀਏ ਕਿ 1913 ਦੇ ਵਿੱਚ ਜਨਮੇ ਸੀ, ਤਾਂ ਉਸ ਸਮੇਂ ਸਾਰਾ ਜੋ ਪੰਜਾਬ ਸੀ ਉਹ ਇੱਕ ਹੀ ਸੀ। ਪਾਕਿਸਤਾਨ ਅਤੇ ਆਪਣਾ ਇੱਧਰਲਾ ਇੰਡੀਆ, ਇਹ ਦੋਨੋਂ ਜਿਹੜੇ ਪੰਜਾਬ ਸੀ ਉਹ ਇੱਕ ਹੀ ਹੁੰਦੇ ਸੀ। ਤਾਂ ਉਦੋਂ ਇਹ ਆਪਾਂ ਇਹਨਾਂ ਨੂੰ ਇੱਕ ਹੀ ਪੰਜਾਬ ਗਿਣ ਕੇ ਆਪਾਂ ਕਹਿੰਦੇ ਸੀ ਕਿ ਪੂਰਾ ਇੱਕ ਪੰਜਾਬ ਹੈ, ਜੋ ਲਹਿੰਦਾ ਅਤੇ ਚੜ੍ਹਦਾ ਪੰਜਾਬ ਹੈ। ਤਾਂ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਜਨਮ ਹੈ ਉਹ ਭਾਵੇਂ ਪਾਕਿਸਤਾਨ ਵਿੱਚ ਹੋਇਆ, ਪਰ ਉਦੋਂ ਵੀ ਉਹ ਪੰਜਾਬ ਦਾ ਹੀ ਇੱਕ ਹਿੱਸਾ ਸੀ। ਇਹਨਾਂ ਦੇ ਪਿਤਾ ਦਾ ਨਾਮ ਹਰਬੰਸ ਲਾਲ ਸੀ ਅਤੇ ਮਾਤਾ ਦਾ ਨਾਮ ਲక్ష్ਮੀ ਦੇਵੀ ਸੀ। ਆਪ ਨੇ 1934 ਈਸਵੀ ਵਿੱਚ ਅੰਗਰੇਜ਼ੀ ਦੀ MA ਕੀਤੀ ਅਤੇ ਫਿਰ ਪਿਤਾ ਪੁਰਖੀ ਕਿੱਤਾ ਵਪਾਰ ਕੀਤਾ। ਮਤਲਬ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ MA ਕਰਨ ਤੋਂ ਬਾਅਦ ਆਪਣੇ ਜੋ ਪੇਰੈਂਟਸ ਦਾ ਉਹਨਾਂ ਦਾ ਜੋ ਪਿਤਾ ਉਹਨਾਂ ਦੇ ਕੰਮ ਕਰਦੇ ਸੀ ਵਪਾਰ ਦਾ, ਉਹੀ ਉਹਨਾਂ ਨੇ ਕੰਮ ਵੀ ਕੀਤਾ ਅਤੇ ਉਹਨਾਂ ਨੇ ਕੁਝ ਸਮਾਂ ਪੱਤਰਕਾਰੀ ਵੀ ਕੀਤੀ। 1938 ਈਸਵੀ ਤੋਂ 1940 ਈਸਵੀ ਤੱਕ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਦੇ ਅਧਿਆਪਕ ਵੀ ਰਹੇ। ਉਹਨਾਂ ਨੇ ਸ਼ਾਂਤੀ ਨਿਕੇਤਨ ਦੇ ਵਿੱਚ ਹਿੰਦੀ ਦੇ ਅਧਿਆਪਕ ਵਜੋਂ ਵੀ ਕੰਮ ਕੀਤਾ। 1940 ਤੋਂ ਲੈ ਕੇ 1944 ਈਸਵੀ ਤੱਕ BBC ਲੰਡਨ ਵਿੱਚ ਅਨਾਊਂਸਰ ਵਜੋਂ ਵੀ ਕੰਮ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਮੁੱਖ ਕਿੱਤਾ ਐਕਟਿੰਗ ਦਾ ਰਿਹਾ। ਮਤਲਬ ਉਹ ਭਾਵੇਂ ਇਹ ਸਾਰੇ ਕੰਮ ਕਰਦੇ ਰਹੇ, ਪਰ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਸੀ ਉਹ ਐਕਟਿੰਗ ਦਾ ਹੀ ਰਿਹਾ। ਉਹਨਾਂ ਨੇ ਫਿਲਮੀ ਐਕਟਰ ਦੇ ਵਜੋਂ ਕੰਮ ਕੀਤਾ। ਉਹਨਾਂ ਦੀਆਂ ਯਾਦਗਾਰੀ ਫਿਲਮਾਂ ਕਾਬਲੀਵਾਲਾ, 2 ਬਿਗਾ ਜ਼ਮੀਨ, ਹਮ ਲੋਗ, ਹੀਰਾ ਮੋਤੀ, ਪਵਿੱਤਰ ਪਾਪੀ ਆਦਿ ਹਨ। ਮਤਲਬ ਇਹ ਸਾਰੀਆਂ ਜਿਹੜੀਆਂ ਫਿਲਮਾਂ ਸੀ ਇਹਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਇਹ ਇਹਨਾਂ ਦੀਆਂ ਯਾਦਗਾਰੀ ਫਿਲਮਾਂ ਨੇ। ਇਹਨਾਂ ਦੇ ਇਲਾਵਾ ਵੀ ਇਹਨਾਂ ਨੇ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਪਰ ਇਹ ਜੋ ਫਿਲਮਾਂ ਨੇ ਇਹ ਇਹਨਾਂ ਦੀਆਂ ਫੇਮਸ ਹਨ। ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਉਹਨਾਂ ਨੇ ਪੰਜਾਬੀ ਵਿੱਚ ਸਾਨੂੰ ਕੀ ਦੇਣ ਦਿੱਤੀ, ਤਾਂ ਪੰਜਾਬੀ ਵਿੱਚ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਮੇਰਾ ਪਾਕਿਸਤਾਨੀ ਸਫ਼ਰਨਾਮਾ। ਇਹ ਬੱਚਿਓ ਇਹਨਾਂ ਦਾ ਬਹੁਤ ਹੀ ਫੇਮਸ ਮਕਬੂਲ ਜੋ ਇੱਕ ਸਫ਼ਰਨਾਮਾ ਸੀ। ਉਹ ਸਫ਼ਰਨਾਮਾ ਹੁੰਦਾ ਹੈ ਕਿਸੇ ਦੀ ਯਾਤਰਾ ਹੁੰਦੀ ਹੈ। ਜਿਵੇਂ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਯਾਤਰਾ ਕੀਤੀ, ਉਹ ਇਹਨਾਂ ਨੇ ਇੱਕ ਜੋ ਹੈ ਲੇਖ ਵਜੋਂ ਜਾਂ ਆਪਾਂ ਕਹਿ ਲਈਏ ਕਿ ਸਫ਼ਰਨਾਮੇ ਵਜੋਂ ਸਾਨੂੰ ਸਾਹਿਤ ਦੀ ਝੋਲੀ ਵਿੱਚ ਪਾਈ ਹੈ। ਤਾਂ ਇਹ ਉਹਨਾਂ ਦਾ ਪਾਕਿਸਤਾਨੀ ਸਫ਼ਰਨਾਮਾ ਹੈ। ਉਸ ਤੋਂ ਇਲਾਵਾ ਮੇਰਾ ਰੂਸੀ ਸਫ਼ਰਨਾਮਾ, ਜਦੋਂ ਉਹ ਰੂਸ ਦੀ ਯਾਤਰਾ 'ਤੇ ਗਏ। ਉਸ ਤੋਂ ਬਾਅਦ ਹੈ ਗੈਰ ਜਜ਼ਬਾਤੀ ਡਾਇਰੀ, ਫਿਰ ਮੇਰੀ ਫਿਲਮੀ ਆਤਮ ਕਥਾ ਆਦਿ ਹਨ। ਮਤਲਬ ਇਹ ਸਾਰੀਆਂ ਜੋ ਪੰਜਾਬੀ ਦੇ ਵਿੱਚ ਰਚਨਾਵਾਂ ਹਨ ਸਾਨੂੰ ਇਹਨਾਂ ਨੇ ਦਿੱਤੀਆਂ ਹਨ। ਆਜ਼ਾਦੀ ਤੋਂ ਲਗਭਗ 2 ਦਹਾਕਿਆਂ ਪਿੱਛੋਂ ਉਹਨਾਂ ਨੇ ਆਪਣੀ ਜਨਮ ਭੂਮੀ ਦੇ ਮੋਹ ਵਸ ਪਾਕਿਸਤਾਨ ਦੀ ਯਾਤਰਾ ਕੀਤੀ। ਮਤਲਬ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ, ਤਾਂ ਉਸ ਤੋਂ ਘੱਟੋ ਘੱਟ 20 ਕੁ ਸਾਲ ਬਾਅਦ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇੱਕ ਯਾਤਰਾ ਕੀਤੀ, ਜਿਸ ਨੂੰ ਉਹਨਾਂ ਨੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਜੋ ਰਚਨਾ ਹੈ ਉਸ ਦੇ ਵਿੱਚ ਬਿਆਨ ਕੀਤਾ ਹੋਇਆ ਹੈ। 13 ਅਪ੍ਰੈਲ 1973 ਈਸਵੀ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਮਤਲਬ ਉਹਨਾਂ ਦਾ ਜਿਹੜਾ ਜਨਮ ਹੈ ਉਹ 1913 ਦੇ ਵਿੱਚ ਹੋਇਆ, 1 ਮਈ 1913, ਅਤੇ ਉਹਨਾਂ ਦਾ ਦੇਹਾਂਤ ਹੈ ਉਹ 13 ਅਪ੍ਰੈਲ 1973 ਦੇ ਵਿੱਚ ਹੋਇਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਮੁੜ ਵੇਖਿਆ ਪਿੰਡ, ਜੋ ਸਾਡਾ 9ਵੀਂ ਜਮਾਤ ਦੇ ਵਿੱਚ ਪਾਠ ਹੈ, ਉਸ ਦੇ ਬਾਰੇ ਵਿੱਚ ਦੇਖੀਏ ਤਾਂ ਮੁੜ ਵੇਖਿਆ ਪਿੰਡ ਵਾਰਤਕ ਦਾ ਨਮੂਨਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਉਹਨਾਂ ਨੇ ਜੋ ਪਾਕਿਸਤਾਨ ਦੇ ਵਿੱਚ ਆਪਣੀ ਇੱਕ ਯਾਤਰਾ ਕੀਤੀ, ਉਸੇ ਦਾ ਹੀ ਕੁਝ ਹਿੱਸਾ
ਉਹਨਾਂ ਨੇ ਇਸ ਅਧਿਆਇ ਦੇ ਵਿੱਚ ਲਿਖਿਆ ਹੋਇਆ ਹੈ। ਆਪ ਦੀ ਸਫ਼ਰਨਾਮਾ ਵਾਰਤਕ ਬੜੀ ਸਲਾਹੀ ਗਈ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਮਤਲਬ ਜਿਹੜਾ ਇਹਨਾਂ ਦਾ ਪਾਕਿਸਤਾਨੀ ਸਫ਼ਰਨਾਮਾ ਸੀ ਉਹ ਬਹੁਤ ਮਕਬੂਲ ਹੋਇਆ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ। ਹੁਣ ਆਪਾਂ ਦੇਖਦੇ ਹਾਂ ਕਿ ਉਸ ਜੋ ਇਹ ਅਧਿਆਇ ਹੈ ਮੁੜ ਵੇਖਿਆ ਪਿੰਡ, ਉਸ ਦੇ ਵਿੱਚ ਮੂਲ ਪਾਠ ਕੀ ਹੈ। ਮੁੜ ਵੇਖਿਆ ਪਿੰਡ ਮੂਲ ਪਾਠ, ਪੈਰਾ ਨੰਬਰ 1। 16 ਅਕਤੂਬਰ 1962 ਈਸਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫਿਰ ਬੱਸਾਂ ਦੇ ਅੱਡੇ ਉੱਤੇ ਜਾ ਪੁੱਜੇ। ਭੇਰਾ ਵੀ 60-70 ਮੀਲ ਦਾ ਪੈਂਡਾ ਸੀ। ਮਤਲਬ ਉਹਨਾਂ ਨੇ ਇਹ ਇੱਕ ਬਿਆਨ ਕਰ ਰਹੇ ਨੇ ਕਿ 16 ਅਕਤੂਬਰ 1962 ਦੀ ਗੱਲ ਹੈ, ਜਦੋਂ ਉਹ ਸਵੇਰੇ ਉੱਠੇ ਤਾਂ ਉੱਠਦਿਆਂ ਸਾਰ ਉਹਨਾਂ ਨੇ ਥਾਣੇ ਦੇ ਵਿੱਚ ਇੱਕ ਰਿਪੋਰਟ ਲਿਖਾਈ ਅਤੇ ਫਿਰ ਉਹ ਬੱਸ ਅੱਡੇ 'ਤੇ ਜਾ ਪੁੱਜੇ ਅਤੇ ਉਹਨਾਂ ਦਾ ਜਿਹੜਾ ਸਫ਼ਰ ਸੀਗਾ ਉਹ ਵੀ 60-70 ਮੀਲ ਦਾ ਸੀ ਅਤੇ ਸਿਕੰਦਰ ਨਾਲ ਸੀ। ਸਗੋਂ 2 ਹੋਰ ਮਿੱਤਰ ਵੀ ਤਿਆਰ ਹੋ ਪਏ ਸਨ। ਉਹਨਾਂ ਦੇ ਨਾਲ ਇੱਕ ਸਿਕੰਦਰ ਹੈ ਅਤੇ ਹੋਰ ਉਹਨਾਂ ਦੇ 2 ਮਿੱਤਰ ਵੀ ਸਨ। ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮਤਲਬ ਉਹ ਭਾਵੇਂ ਮੇਰੇ ਨਾਲ ਸੀ ਪਰ ਮੈਨੂੰ ਉਹਨਾਂ ਦੀ ਕੋਈ ਵੈਲਿਊ ਨਹੀਂ ਸੀ। ਮੇਰੇ ਉੱਪਰ ਭੇਰੇ ਜਾ ਕੇ ਜਜ਼ਬਿਆਂ ਦਾ ਕੀ ਤੂਫਾਨ ਟੁੱਟਣਾ ਸੀ ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਭੇਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਿਆ। ਭੇਰਾ ਇੱਕ ਸਥਾਨ ਹੈ ਜਿਸ ਦਾ ਸਫ਼ਰ ਇਹਨਾਂ ਨੇ ਕਰਨਾ ਸੀ, ਜਿੱਥੇ ਉਹਨਾਂ ਨੇ ਪਹੁੰਚਣਾ ਸੀ ਅਤੇ ਉਹ ਇਹ ਨਹੀਂ ਸੋਚ ਸਕਦੇ ਸੀ ਕਿ ਉੱਥੇ ਜਾ ਕੇ ਉਹਨਾਂ ਦੇ ਜਿਹੜੇ ਜਜ਼ਬਾਤ ਨੇ, ਜਿਹੜੇ ਇਮੋਸ਼ਨਸ ਨੇ, ਉਹ ਕਿੰਨੇ ਕੁ ਜਾਗਣਗੇ। ਮਤਲਬ ਉਹਨਾਂ ਨੂੰ ਐਂ ਸੀ ਕਿ ਬਸ ਮੇਰਾ ਇੱਕ ਪਿੰਡ ਹੈ, ਮੈਂ ਉੱਥੇ ਜਾ ਕੇ ਉਸ ਪਿੰਡ ਨੂੰ ਦੇਖਣਾ ਹੈ, ਮੈਂ ਆਪਣਾ ਘਰ ਦੇਖਣਾ ਹੈ ਅਤੇ ਬਸ ਜਸਟ ਆ ਜਾਣਾ ਹੈ। ਪਰ ਉੱਥੇ ਜਾ ਕੇ, ਕਿਉਂਕਿ ਜਦੋਂ ਆਪਾਂ ਆਪਣਾ ਪੁਰਾਣਾ ਘਰ ਦੇਖਦੇ ਹਾਂ, ਤੁਸੀਂ ਸੋਚ ਕੇ ਦੇਖੋ ਕਿ ਆਪਾਂ ਨੂੰ ਆਪਣਾ ਇੱਕ ਘਰ ਜੋ ਹੈ ਛੱਡਣਾ ਬੜਾ ਔਖਾ ਲੱਗਦਾ ਹੈ। ਜੇ ਅਸੀਂ ਉਸ ਘਰ ਨੂੰ ਛੱਡ ਆਉਂਦੇ ਹਾਂ ਨਾ, ਕੋਈ ਵੇਚ ਦਿੰਦਾ ਹੈ ਜਾਂ ਉਸ ਨੂੰ ਛੱਡ ਦਿੰਦਾ ਹੈ, ਤਾਂ ਫਿਰ ਜਦੋਂ ਅਸੀਂ ਉਸ ਘਰ ਦੇ ਵਿੱਚ ਦੁਬਾਰਾ ਜਾਂਦੇ ਹਾਂ ਤਾਂ ਸਾਡੀਆਂ ਉਹ ਸਾਰੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਉਹ ਫਿਰ ਦੁਬਾਰਾ ਤੋਂ ਨਵੀਆਂ ਹੋ ਜਾਂਦੀਆਂ। ਤਾਂ ਇਸੇ ਤਰ੍ਹਾਂ ਕਹਿੰਦੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਜਦੋਂ ਮੈਂ ਉਹ ਛੱਡਿਆ ਹੋਇਆ ਆਜ਼ਾਦੀ ਵੇਲੇ ਘਰ ਦੇਖਾਂਗਾ ਤਾਂ ਮੇਰੇ ਨਾਲ ਕੀ ਬੀਤੇਗੀ, ਇਹ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ। ਬੱਸ ਭੇਰੇ ਵੱਲ ਨੱਠਦੀ ਜਾ ਰਹੀ ਸੀ। ਜਿਸ ਬੱਸ ਦੇ ਵਿੱਚ ਉਹ ਸਫ਼ਰ ਕਰ ਰਹੇ ਸੀ ਉਸ ਦੀ ਗੱਲ ਕਰ ਰਹੇ ਨੇ। ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਚਿਰ ਅੰਦਰ ਭੇਰੇ ਪੁੱਜ ਜਾਵਾਂਗਾ। ਮਤਲਬ ਉਹਨਾਂ ਨੂੰ ਇਹ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੈਂ ਉਸ ਸਥਾਨ 'ਤੇ ਜਾ ਰਿਹਾ ਜਿਸ ਨੂੰ ਮੈਂ ਦੇਖਣ ਦੇ ਲਈ ਤਰਸਦਾ ਰਿਹਾ ਹਾਂ। ਪਿਛਲੀ ਵਾਰੀ ਜਦੋਂ ਭੇਰਾ ਵੇਖਿਆ ਸੀ, 40 ਸਾਲ ਪੁਰਾਣੀ ਗੱਲ ਹੈ, ਉਦੋਂ ਮੇਰੀ ਉਮਰ ਹੋਵੇਗੀ ਮਸਾਂ 8-9 ਸਾਲਾਂ ਦੀ। ਮਤਲਬ ਜਦੋਂ ਉਹਨਾਂ ਨੇ ਲਾਸਟ ਟਾਈਮ ਕਹਿੰਦੇ ਮੈਂ ਇਹ ਭੇਰਾ ਸਥਾਨ ਦੇਖਿਆ ਸੀ ਤਾਂ ਉਸ ਟਾਈਮ ਮੇਰੀ ਉਮਰ ਜਿਹੜੀ ਹੈ ਲਗਭਗ 8-9 ਸਾਲਾਂ ਦੀ ਸੀ। ਅਤੇ 8-9 ਸਾਲਾਂ ਦੇ ਵਿੱਚ ਬੰਦੇ ਨੂੰ ਬਹੁਤੀ ਸਮਝ ਨਹੀਂ ਹੁੰਦੀ, ਕਿਉਂਕਿ ਬੱਚਾ ਹੁੰਦਾ ਤਾਂ ਉਹਨੂੰ ਨਾ ਉਹਦੇ ਇਮੋਸ਼ਨਸ ਦਾ ਪਤਾ, ਨਾ ਉਹਨਾਂ ਨੂੰ ਉਸ ਜਗ੍ਹਾ ਦੇ ਛੁੱਟ ਜਾਣ ਦਾ ਪਤਾ, ਕੁਛ ਨਹੀਂ ਪਤਾ ਸੀ। ਅਤੇ ਜਸਟ ਉਸ ਨੂੰ ਇਹ ਸੀ ਕਿ ਹਾਂ ਵੀ ਅਸੀਂ ਇੱਥੋਂ ਚੱਲੇ ਜਾ ਰਹੇ ਹਾਂ। ਪਰ ਜਦੋਂ ਉਹ ਦੁਬਾਰਾ 40 ਸਾਲਾਂ ਦੇ ਬਾਅਦ ਉਸੇ ਹੀ ਜਗ੍ਹਾ ਨੂੰ ਦੁਬਾਰਾ ਦੇਖਣ ਗਏ ਤਾਂ ਉਸ ਟਾਈਮ 40 ਸਾਲ ਤੁਸੀਂ ਸੋਚ ਕੇ ਦੇਖੋ ਕਿ ਬੰਦਾ ਇੱਕ ਮੈਚਿਓਰ ਹੁੰਦਾ। 40 ਸਾਲ ਇਹ ਹੋ ਗਏ, 8-9 ਸਾਲ ਉਹ ਹੋ ਗਏ, ਤਾਂ ਮਤਲਬ ਘੱਟੋ ਘੱਟ 50 ਸਾਲ ਦੇ ਨੇੜੇ ਉਸ ਜਗ੍ਹਾ ਨੂੰ ਦੇਖਿਆ ਨੂੰ ਹੋ ਗਏ ਸੀ। ਕਹਿੰਦੇ ਭੇਰਾ ਇੱਕ ਨਿੱਕਾ ਜਿਹਾ ਸ਼ਹਿਰ ਸੀ। ਉਹਦੀ ਗਲੀ ਗਲੀ ਅਤੇ ਚੱਪੇ ਚੱਪੇ ਦੀਆਂ ਦੌੜਾਂ ਮਾਰ ਛੱਡਦੇ ਸਨ। ਮਤਲਬ ਛੋਟਾ ਜਿਹਾ ਸ਼ਹਿਰ ਸੀ ਅਤੇ ਕਹਿੰਦੇ ਵੀ ਉਹਦੀ ਜਿਹੜੀਆਂ ਗਲੀਆਂ ਸੀ ਨਾ, ਅਤੇ ਉਸ ਛੋਟੇ ਜਿਹੇ ਸ਼ਹਿਰ ਦੀ ਹਰ ਚੱਪੇ ਚੱਪੇ ਦੀ ਜਿਹੜੀ ਮਤਲਬ ਸਥਾਨ ਹੈ, ਜੋ ਉਸ ਗਲੀ ਦਾ ਹਰ ਚੱਪਾ ਚੱਪਾ ਅਸੀਂ ਛਾਂਟਿਆ ਹੋਇਆ ਸੀ, ਐਂ ਕਹਿ ਲਓ ਕਿ ਅਸੀਂ ਘੁੰਮਿਆ ਹੋਇਆ ਸੀ। ਖੁਖਰਾਨ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ। ਮਤਲਬ ਉੱਥੇ ਬਰਾਦਰੀਆਂ ਜੋ ਸੀ ਉਹਨਾਂ ਦੇ ਅਲੱਗ-ਅਲੱਗ ਏਰੀਆਜ਼, ਮੁਹੱਲੇ ਮਤਲਬ ਬਣੇ ਹੋਏ ਸਨ। ਸਾਨੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਲੀਆਂ ਆਦਿ ਦਾ, ਮਤਲਬ ਇਹ ਅਲੱਗ-ਅਲੱਗ ਜਿਹੜੇ ਜਾਤਾਂ ਹੁੰਦੀਆਂ ਨੇ ਉਹਨਾਂ ਨੇ ਆਪਣੇ ਅਲੱਗ-ਅਲੱਗ ਜਿਹੜੇ ਮੁਹੱਲੇ ਨੇ ਉਹ ਬਣਾਏ ਹੋਏ ਸਨ। ਤਾਂ ਇਹੀ ਉਹ ਗੱਲ ਜਿਹੜਾ ਹੈ ਉਹ ਕਰ ਰਿਹਾ ਹੈ। ਉਸ ਤੋਂ ਬਾਅਦ ਕਹਿੰਦੇ ਪਤਾ ਨਹੀਂ ਇਹ ਮੁਹੱਲੇ ਕਦੋਂ ਅਤੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ। ਕਹਿੰਦੇ ਮੈਨੂੰ ਨਹੀਂ ਪਤਾ ਕਿ ਇਹ ਮੁਹੱਲੇ ਕਿਵੇਂ ਬਣੇ, ਉੱਥੇ ਲੋਕ ਜਿਹੜੇ ਨੇ ਉਹ ਇਕੱਠੀਆਂ ਜਾਤਾਂ ਦੇ ਹੋ ਕੇ ਕਿਵੇਂ ਰਹਿਣ ਲੱਗੇ ਅਤੇ ਉਹਨਾਂ ਨੇ ਆਪਣੇ ਇੱਕ ਮੁਹੱਲੇ ਦਾ ਨਾਮ ਜਿਹੜਾ ਹੈ ਉਹ ਪਾ ਲਿਆ ਸੀ। ਇਹੀ ਕਹਿੰਦੇ ਹਰ ਇੱਕ ਮੁਹੱਲੇ ਦਾ ਆਪਣਾ ਆਪਣਾ ਇੱਕ ਦਰਵਾਜ਼ਾ ਹੁੰਦਾ ਸੀ। ਮੇਰੇ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਨਾਲ ਸਵੇਰੇ ਮੂੰਹ ਹਨੇਰੇ ਜੇਹਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ। ਕਿਉਂਕਿ ਤੁਸੀਂ ਦੇਖੋ ਉਸ ਟਾਈਮ ਨਾ ਹੀ
ਕੋਈ ਬਾਥਰੂਮ ਸੀ ਅਤੇ ਨਾ ਹੀ ਕੋਈ ਇਹੋ ਜਿਹਾ ਇਸ਼ਨਾਨ ਘਰ ਬਣਿਆ ਹੁੰਦਾ ਸੀ ਜਿੱਥੇ ਔਰਤਾਂ ਜੋ ਹੈ ਉਹ ਨਹਾ ਲੈਣ। ਤਾਂ ਸਾਰੇ ਲੋਕ ਜਿਹੜੇ ਨੇ ਮੋਸਟਲੀ ਉਹ ਦਰਿਆ 'ਤੇ ਜਾਂ ਨਿੱਕੇ ਨਿੱਕੇ ਜਿਹੜੇ ਟੋਭੇ ਬਣੇ ਹੁੰਦੇ ਸੀ ਉੱਥੇ ਹੀ ਨਹਾਉਣ ਦੇ ਲਈ ਚਲੇ ਜਾਂਦੇ ਸੀ। ਤਾਂ ਜਿਹੜੀਆਂ ਔਰਤਾਂ ਨੇ ਉਹ ਬਿਲਕੁਲ ਹਨੇਰੇ ਪਏ ਚਲੀਆਂ ਜਾਂਦੀਆਂ ਹੁੰਦੀਆਂ ਸਨ। ਤਾਂ ਕਹਿੰਦੇ ਜਿਹੜੇ ਮੇਰੇ ਤਾਈ ਜੀ ਆ ਉਹ ਵੀ ਇਸੇ ਤਰ੍ਹਾਂ ਜੇਹਲਮ ਦਰਿਆ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਵਗਦਾ ਹੈ, ਇਹ ਉੱਥੇ ਦੀ ਗੱਲ ਕਰਦੇ ਹਨ। ਅਤੇ ਕਦੇ ਕਦੇ ਮੈਂ ਅਤੇ ਮੇਰਾ ਛੋਟਾ ਭਰਾ ਭੀਸ਼ਮ ਨਾਲ ਤੁਰ ਪੈਂਦੇ ਸਾਂ। ਮਤਲਬ ਕਹਿੰਦੇ ਕਦੇ ਕਦੀ ਆਪਣੀ ਤਾਈ ਦੇ ਨਾਲ ਮੈਂ ਅਤੇ ਮੇਰਾ ਛੋਟਾ ਭਰਾ ਵੀ ਚਲੇ ਜਾਂਦੇ ਸਾਂ। ਪਹਿਲਾ ਪੜਾਅ ਚਿੜੀ ਚੋਗ, ਦੂਜਾ ਘੜੀ ਭੰਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੀਕਦਾ, ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਅਤੇ ਕਦੇ ਦੂਰ ਚਲਾ ਜਾਂਦਾ ਸੀ। ਮਤਲਬ ਇਹ ਪੜਾਅ ਜਿਹੜੇ ਨੇ ਇਹ ਦੱਸਦੇ ਨੇ ਕਿ ਸਾਨੂੰ ਜੇਹਲਮ ਦਰਿਆ ਕਿੰਨਾ ਦੂਰ ਪੈਂਦਾ ਸੀ। ਚਿੜੀ ਰੋਗ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਹੁੰਦਾ ਸੀ। ਸਾਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ ਇੱਥੇ ਇਕੱਤਰ ਹੁੰਦੀਆਂ ਸਨ। ਇਕੱਤਰ ਹੋਣਾ ਮਤਲਬ ਇਕੱਠੀਆਂ ਹੁੰਦੀਆਂ ਸਨ ਕਿ ਜੋ ਚਿੜੀ ਚੋਗ ਸ਼ਹਿਰ ਜੋ ਸਥਾਨ ਹੈ ਉੱਥੇ ਕਹਿੰਦੇ ਇੱਕ ਮੇਲਾ ਲੱਗਦਾ ਹੁੰਦਾ ਸੀ ਅਤੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉੱਥੇ ਉਹ ਇਕੱਠੀਆਂ ਹੁੰਦੀਆਂ ਸੀ। ਕਦੇ ਕਦੇ ਰਾਤੀ ਸਾਡੇ ਹੇਠਲੇ ਸੋਫੇ ਵਿੱਚ ਤਿਰੰਜਣ ਲੱਗਦਾ। ਤਿਰੰਜਣ ਹੁੰਦਾ ਜਿੱਥੇ ਕੁੜੀਆਂ ਜਾਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਇਕੱਠੇ ਬੈਠ ਕੇ ਚਰਖਾ ਕੱਤਦੀਆਂ ਹਨ। ਸੋਫਾ ਕੀ ਹੁੰਦਾ ਹੈ ਕਿ ਜਿਵੇਂ ਘਰ ਦੇ ਜੋ ਦਰਵਾਜ਼ੇ ਹੁੰਦੇ ਨੇ ਉਹਨਾਂ ਦੇ ਨਜ਼ਦੀਕ ਇੱਕ ਕਿਸਮ ਦੀ ਡਿਉੜੀ ਹੁੰਦੀ ਹੈ। ਜਿਵੇਂ ਆਪਾਂ ਗੇਟ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਨਾ ਕਿ ਪੋਰਚ ਬਣੇ ਹੋਏ ਨੇ, ਪਰ ਉਹ ਇੱਕ ਡਿਉੜੀ ਬਣੀ ਹੁੰਦੀ ਸੀ ਪਹਿਲਾਂ, ਅਤੇ ਉੱਥੋਂ ਐਂਟਰੈਂਸ ਹੁੰਦੀ ਸੀ ਘਰ ਦੀ। ਤਾਂ ਆਪਾਂ ਕਹਿ ਲਈਏ ਕਿ 2 3 4 ਜਿਹੜੀਆਂ ਕੋਠੀਆਂ ਹੁੰਦੀਆਂ ਨੇ ਅਤੇ ਉਹਨਾਂ ਦੇ ਵਿੱਚ ਇੱਕ ਸਾਂਝਾ ਕਮਰਾ ਵੀ ਬਣਿਆ ਹੁੰਦਾ ਸੀ, ਉਸ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਜਿੱਥੇ ਜਿਹੜੇ ਲੋਕ ਨੇ ਉਹ ਜਾ ਕੇ ਬੈਠਦੇ ਸਨ। ਤਾਂ ਇਸ ਤਰ੍ਹਾਂ ਕਹਿੰਦੇ ਕਦੇ ਕਦੇ ਰਾਤੀ ਸਾਡੇ ਹੇਠਲੇ ਸੋਫੇ ਵਿੱਚ ਤਿਰੰਜਣ ਲੱਗਦਾ ਅਤੇ ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ ਸਨ। ਤਿਰੰਜਣ ਹੁੰਦਾ ਜਿਹੜਾ ਜਿੱਥੇ ਚਰਖਾ ਕੱਤਣ ਵਾਲੀ ਥਾਂ, ਅਤੇ ਕਹਿੰਦੇ ਮੇਰੀਆਂ ਜਿਹੜੀਆਂ ਦੋਵੇਂ ਭੈਣਾਂ ਸੀ ਉਹ ਸਾਰੀਆਂ ਹੀ ਆਪਣੀਆਂ ਸਹੇਲੀਆਂ ਦੇ ਨਾਲ ਰਲ ਕੇ ਜਿਹੜੀ ਮੇਰੇ ਮਾਤਾ ਜੀ ਸੀ ਉਹਨਾਂ ਦੇ ਨਾਲ ਉਹ ਚਰਖਾ ਕੱਤਦੀਆਂ ਅਤੇ ਉਹਨਾਂ ਨੂੰ ਸਾਰੀ ਸਾਰੀ ਰਾਤ ਜਿਹੜੀ ਸੀ ਉਹ ਬੀਤ ਜਾਂਦੀ ਸੀ। ਤਾਂ ਇਸ ਤਰ੍ਹਾਂ ਤੁਸੀਂ ਅੱਜ ਅਸੀਂ ਇੰਨਾ ਕੁ ਹੀ ਕਰਾਂਗੇ। ਅਗਲਾ ਇਸ ਦਾ ਜੋ ਹਿੱਸਾ ਹੈ ਉਹ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ। ਇਸ ਨੂੰ ਤੁਸੀਂ ਧਿਆਨ ਨਾਲ ਸੁਣੋ। ਧੰਨਵਾਦ।